ओए जल्दी दफा आ रही है चलो जी ਜਿਹੜੀ ਆ ਫਸਟ ਐਗਜ਼ਾਮਪਲ ਹੈ ਇਹਦੇ ਵਿੱਚ ਵੇਖੋ ਜੀ ਇਹਦੇ ਵਿੱਚ ਇੱਕ ਵਾਟਰ ਮੋਲੀਕੂਲ ਮੈਂ ਬਾਹਰ ਕੱਢ ਦਿੱਤਾ ਇੱਥੇ ਕਹਿ ਸਕਦੇ ਆ ਇੱਕ ਮੋਲ ਇਹਦੇ ਵਿੱਚੋਂ ਮੈਂ ਵਾਟਰ ਜਿਹੜਾ ਵਾ ਇੱਥੇ ਲੈ ਜਾਊਗਾ ਔਰ ਇਹਦੀ ਜਗ੍ਹਾ ਤੋਂ ਜਿਹੜਾ ਇੱਕ ਕਲੋਰੀਨ ਹੈ 1 ਮੋਲ ਜਿਹੜਾ ਕਲੋਰੀਨ ਹੈ ਉਹ ਅੰਦਰ ਲੈ ਜਾਊਗਾ ਕਹਿ ਸਕਦੇ ਕਿ ਜਿਹੜਾ ਇੱਕ ਕਲੋਰੀਨ ਹੈ ਉਹਨੂੰ ਐਜ਼ ਮੈਂ ਲਿਕਵਿਡ ਯੂਜ਼ ਕਰ ਦੂੰਗਾ ਔਰ ਜਿਹੜਾ 6 ਮੋਲੀਕੂਲ ਆਫ ਵਾਟਰ ਹੈ ਉਹਦੇ ਵਿੱਚ ਇੱਕ ਵਾਟਰ ਜਿਹੜਾ ਵਾ ਉਹ ਐਜ਼ ਮੈਂ ਕੰਟਰੈਕਟ ਯੂਜ਼ ਕਰੂੰਗਾ ਕਰੋ ਇੱਥੇ ਦੇਖੋ ਜਿੱਦਾਂ ਕਿ ਸਕੇਅਰ ਬ੍ਰੈਕਟ ਲਗਾ ਲਓ क्रोमियम आ गया और ये देखो जी क्लोरीन लग जूगा नाल और उस तो बाद वाटर मॉलिक्यूल कितने रह जाएंगे जी 6 से जब माइनस करो कितना आ गया 5 और इतनी फिर स्क्वायर ब्रैकेट आ गई और बाहर की बाजू पे क्लोरीन दे विचों एक माइनस कर दो कितने बच गए और एक नाल इहदे आ जूगा जी वाटर मॉलिक्यूल हुन इहदी आइसोटोप देखो की बनदी है ਇਹਨੂੰ ਮਰੀਜ਼ ਕਰਦੇ ਦੇਖਾਂਗੇ ਹੁਣ ਤੁਹਾਨੂੰ ਮੈਂ ਵੇਖ ਕੇ ਦੱਸ ਦਿੰਦਾ ਚਾਹੀਦਾ ਵਾ ਹੁਣ ਜਦੋਂ ਇਹ ਚੀਜ਼ ਰਿਐਕਸ਼ਨ ਕਰਾਂਗੇ ਕਿਹਦੇ ਨਾਲ ਕਰਾਂਗੇ ਜੀ ਸਲਫਿਊਰਿਕ ਐਸਿਡ ਦੇ ਨਾਲ ਵਾਟਰ ਦੀ ਕਿਹਦੇ ਨਾਲ ਰਿਐਕਸ਼ਨ ਹੁੰਦੀ ਹੈ ਤਾਂ ਤੋਂ ਹੁਣੇ ਕੀਤੀ ਹੈ ਵਾਟਰ ਦੀ ਸਲਫਿਊਰਿਕ ਐਸਿਡ ਨਾਲ ਹੁੰਦੀ ਹੈ ਜੀ ਸੋ ਵੇਖੋ ਜੀ ਜਦੋਂ ਸਲਫਿਊਰਿਕ ਐਸਿਡ ਨਾਲ ਰਿਐਕਸ਼ਨ ਕਰਾਂਗੇ ਕੀ ਹੋ ਜੂਗਾ ਇਹਦੇ ਵਿੱਚ ਕਿੰਨੇ ਮੋਲ ਜਿਹੜਾ ਵਾਟਰ ਆ ਉਹ ਰਿਮੂਵ ਹੋ ਜੂਗਾ 1 ਮੋਲ ਕਿਉਂਕਿ ਇੱਕ ਮੋਲੀਕੂਲ ਹੀ ਵਾਟਰ ਦਾ ਹੈ एक ਦਾ ਇੱਕ ਹੀ ਰਿਮੂਵ ਹੋ ਜੂਗਾ ਜਦੋਂ ਇਹਦੀ ਅਸੀਂ ਕੰਸੈਂਟਰੇਟਡ H2SO ਬੌਂਡ ਦੇ ਨਾਲ ਰਿਐਕਸ਼ਨ ਕੀਤੀ ਕੀ ਹੋ ਜੂਗਾ ਜੀ 1 ਮੋਲ ਆਫ ਵਾਟਰ 1 ਮੋਲ ਆਫ ਵਾਟਰ ਸੈਪਰੇਟ ਜਾਂ ਦੂਰ ਵੀ ਲਿਖ ਸਕਦੇ हैं 1 mole of water separate after react with concentrated H2SO4 देखो जी ਜਦੋਂ ਵੀ ਜਿਹੜਾ ਸਾਡਾ 1 mole of contrain ਹੈ ਉਹਨੂੰ ਜਦੋਂ concentrated sulfuric acid ਦੇ ਨਾਲ ਰਿਐਕਟ ਕੀਤਾ ਜਿਹੜਾ ਉਹ 1 mole contrain ਹੈ ਜਾਂ 1 mole of water contrain ਹੈ ਉਹ ਕੀ ਜਦੋਂ ਸੈਪਰੇਟ ਹੋ ਜਾਂਦਾ ਰਿਮੂਵ ਹੋ ਜਾਂਦਾ ਵਾ ਹੁਣ ਰਹਿ ਗਈ ਕਲੋਰੀਨ ਨੂੰ ਕਿਹਦੇ ਨਾਲ ਰਿਐਕਟ ਕਰਦੀ ਸੀ ਦੱਸਿਆ ਹੈ ਪਹਿਲਾਂ ਕਲੋਰੀਨ ਦਾ ਪ੍ਰੈਸਿਪੀਟੇਟ ਕਿਹਦੇ ਨਾਲ ਬਣਦਾ ਵਾ ਸਿਲਵਰ ਨਾਈਟ੍ਰੇਟ ਨਾਲ ਕਿੰਨੇ ਮੋਲ ਜਾਣੇ ਕਲੋਰੀਨ ਦੇ ਹੁਣ 2 ਜਾਣਗੇ ਨੋਟ ਕਰ ਲਓ ਫਿਰ ਵੀ ਦੇਖੋ ਜੀ 2 moles of chlorine ions 2 moles of chlorine ions are precipitated then react with कितना react करते हैं जी कितना react करते हैं वाटर ना सिल्वर नाइट्रेट then react with silver nitrate या AgNO3 ठीक है जी चलो ये कंडीशन एक और बनाने लगा मैं ਇਹਦੇ ਵਿੱਚ ਇੱਥੇ ਕਰੂੰਗਾ ਚੀਜ਼ ਨੂੰ ਸੋ ਕੰਡੀਸ਼ਨ ਕੀ ਬਣੂਗੀ ਜੀ ਇਹਦੇ ਵਿੱਚ ਜਿਹੜੇ ਕਲੋਰੀਨ ਹੈ ਹੁਣ ਜਿਹੜੇ 2 ਕਲੋਰੀਨ ਨੇ ਅੰਦਰ ਲੈ ਜਾਊਗਾ ਜਿੱਥੇ ਮੈਂ ਇੱਕ ਖੜਿਆ ਹੁਣ ਕੀ ਕਰੂੰਗਾ ਜੀ 2 ਕਲੋਰੀਨ ਜਿਹੜੇ ਆ ਇਥੋਂ ਚੇਂਜ ਕਰ ਦਿੰਦੇ ਆ ਜਿਹੜਾ ਇੱਕ ਕਲੋਰੀਨ ਹੈ 1 mole ਕਲੋਰੀਨ ਜਿਹੜਾ ਵਾ ਉਹ ਐਜ਼ ਅ ਲਿਕਵਿਡ ਯੂਜ਼ ਹੋ ਜੂਗਾ ਔਰ ਇਹਦੇ ਵਿੱਚ ਜਿਹੜਾ ਵਾਟਰ ਮੋਲੀਕੂਲ ਹੈ ਜੀ ਹੁਣ ਵਾਟਰ ਮੋਲੀਕੂਲ ਕਿੰਨੇ ਬਾਹਰ ਚੱਲ ਜਾਣਗੇ ਇਹਦੇ ਵਿੱਚ ਇੱਕ ਵਾਟਰ ਮੋਲੀਕੂਲ ਹੋਰ ਬਾਹਰ ਕੱਢ ਦਿਓ ਇਹਦੇ ਵਿੱਚ ਇੱਕ ਮੋਲ ਜਿਹੜਾ ਵਾ ਉਹ H2O ਜਿਹੜਾ ਰਿਮੂਵ ਕਰ ਉਹਨੂੰ ਐਜ਼ ਅ ਕੀ ਯੂਜ਼ ਕਰਾਂਗੇ ਐਜ਼ ਅ ਕਾਉਂਟਰੈਕਟ ਯੂਜ਼ ਕਰਾਂਗੇ और ਇਹਨੂੰ ਕਲੋਰੀਨ ਨੂੰ ਐਜ਼ ਅ ਲਿਕਵਿਡ ਯੂਜ਼ ਕਰਾਂਗੇ ਸੋ ਦੇਖੋ ਇਹ ਹੋਰ ਐਕਸ਼ਨ ਕੀ ਬਣੂਗੀ ਇਹਨੂੰ ਪੇਜ ਵਾਲੀ ਪ੍ਰੈਕਟਿਸ ਆਉਂਦੀ ਹੈ ਜੀ ਆੜਾ ਗਿਆਨ ਕੀ ਕੀਤਾ ਵਾ ਹੈਗਾ ਇਹਦੇ ਵਿੱਚ ਮੈਂ ਸਿਰਫ ਇੱਕ ਤੱਕ ਹੀ ਕੀਤਾ ਵਾ ਆਪ ਜੇ ਕੇ ਵੇਖੋ ਕੀ ਬਣ ਜੂਗਾ ਇਹ ਕ੍ਰੋਮੀਅਮ और देखो ये क्लोरीन कितने हो जाएंगे एक क्लोरीन पहला है एक और आ गया Cl2 हो गया
वाटर कितने रह जाएंगे पहला एक रिमूव किया है हम कितने रह जाएंगे 4 और ये ताड़ी कोऑर्डिनेशन स्फीयर या कोऑर्डिनेशन एंटिटी कंप्लीट हो गई है और बाहर कितने बच जाएंगे दसो ਮੈਨੂੰ कवरिंग कितने बच जाएंगे बाहर कवरिंग एक बाजूगा वाटर कितने बाहर चल जाएंगे एक पहला आ एक और चल जाए कितने हो गए 2 ਭਾਵੇਂ ਇਦਾਂ ਲੋਡ ਕਰ ਲਓ ਭਾਵੇਂ ਇਦਾਂ ਕਰ ਲਓ ਭਾਵੇਂ ਇਦਾਂ ਲੋਡ ਕਰ ਸਕਦੇ ਇੱਥੇ ਇਦਾਂ ਕਰਕੇ ਡਾਟ ਲਾ ਕੇ ਇਦਾਂ ਕਰਕੇ 2h ਠੀਕ ਹੈ ਜੀ ਇਦਾਂ ਲੋਡ ਕਰ ਸਕਦੇ ਚਲੋ ਜੀ ਹੁਣ ਇਹਦੀ ਰਿਐਕਸ਼ਨ ਤੁਸੀਂ ਬਣਾਉਣੀ ਮੈਂ ਨਹੀਂ ਦੱਸਣਾ ਤੁਸੀਂ ਕਰਨਾ ਪਹਿਲਾਂ ਆਪਾਂ ਗੱਲ ਕਰਾਂਗੇ ਜੀ ਜਿਹੜਾ ਵਾਟਰ ਮੋਲੀਕੂਲ ਹੈ ਜਿਵੇਂ 2 ਵਾਟਰ ਮੋਲੀਕੂਲ ਹੈ ਉਹਦੀ ਕਨਸੈਂਟ੍ਰੇਟਡ ਸਲਫਿਊਰਿਕ ਐਸਿਡ ਨਾਲ ਰਿਐਕਸ਼ਨ ਕਰਾਂਗੇ ਕੀ ਬਣੂਗਾ ਬੋਲੋ ਬੜੀ ਜਾਈ ਦੇਖੋ ਜਿਹੜਾ ਇਹ ਵਾਲਾ ਸਲਫਿਊਰਿਕ ਐਸਿਡ ਹੈ सॉरी ये वाला ਜਿਹੜਾ ਵਾਟਰ ਮੋਲੀਕੂਲ ਹੈ ਇਹਨੂੰ ਮੈਂ ਜਦੋਂ ਕਨਸੈਂਟ੍ਰੇਟਡ ਸਲਫਿਊਰਿਕ ਐਸਿਡ ਨਾਲ ਰਿਐਕਟ ਕੀਤਾ ਕੀ ਬਣੂਗਾ ਸਾਡੇ ਕੋਲ ਕਿੰਨੇ ਮੋਲੀਕੂਲ ਰਿਮੂਵ ਹੋਣਗੇ ਜੀ ਵਾਟਰ ਤੇ ਨੋਟ ਕਰ ਲਓ 2 moles of water are separate देखो जी separate या proof ले सकते separate then react with after react with concentrated H2SO4 ठीक है जी उस तो बाद क्लोरीन वाला क्लोरीन को कितना करेंगे जी और कितने आयन बन गए कितने मोल्स आयन बन गए लिखो जी 1 mole of chlorine ion 1 moles of chlorine ions are precipitated 1 mole of chlorine ions are precipitated after react with silver nitrate एक कंडीशन और बन सकती है बन सकती है कंडीशन कहते पैसे करके भाई आराम ਨਾਲ बैठ जाओ प्लीज मनजोत देखो जी ये कहते चेंज कर दूंगा ਇਹਦਾ ਜਿਹੜਾ ਇੱਕ ਕਰੀਬ ਆਇਦਾ ਵਾ ਦੇਖੋ ਜੀ 1 ਮੋਲ ਕਲੋਰੀਨ ਦੀ ਕਲੋਰੀਨ ਜਿਹੜਾ ਵਾ ਅੰਦਰ ਚੱਲ ਜੂਗਾ ਕਿਉਂਕਿ ਇੱਥੇ ਕੰਟਰਾਇਨ ਹੈ ਇੱਥੇ ਐਜ਼ ਏ ਲਿਗੈਂਡ ਯੂਜ਼ ਹੋਊਗਾ ਔਰ ਇਹਦੇ ਵਿੱਚ ਵਾਟਰ ਮੋਲੀਕੂਲ ਫਿਰ ਬਾਹਰ ਚੱਲ ਜੂਗਾ ਇਹਦੇ ਵਿੱਚੋਂ 1 ਮੋਲ ਵਾਟਰ ਮੋਲੀਕੂਲ ਜਿਹੜਾ ਜੀ ਪਹਿਲਾਂ ਇੱਥੇ ਲਿਗੈਂਡ ਤੇ ਆ ਉੱਥੇ ਐਜ਼ ਏ ਕੰਟਰਾਇਨ ਯੂਜ਼ ਹੋ ਜੂਗਾ ਸੋ ਇਹਨੂੰ ਬਣਾਉ ਪੇਸ਼ੈਂਟ ਕੀ ਬਣ ਜੂਗੀ 4th ਨੰਬਰ ਤੇ पहला वाला सेंट्रल बैटर है तो क्लोरीन आ गया सॉरी क्रोमियम आ गया Cl2 आ गया सॉरी 3 एक कैसे ऐड हो गया ना Cl3 हो गया और वाटर ਦੇ ਵਿੱਚੋਂ ਕੀ ਹੋ ਗਿਆ ਮਾਈਨਸ ਹੋਊਗਾ ਪਲੱਸ ਹੋਊਗਾ ਕਿੰਨੇ ਰਹਿ ਗਏ ਫਿਰ ਇਹ ਤੁਹਾਡੀ ਕੋਆਰਡੀਨੇਸ਼ਨ ਐਂਟੀਟੀ ਕੰਪਲੀਟ ਹੋ ਗਈ ਇੱਥੇ ਤੁਹਾਡਾ ਕਲੋਰੀਨ ਕੋਈ ਨਹੀਂ ਪਾਈਦਾ ਜੀ ਹੁਣ ਸਾਰੇ ਕਲੋਰੀਨ ਵਿੱਚ ਚੱਲ ਗਿਆ ਇੱਥੇ ਕੀ ਆ ਜਾਊਗਾ 3H2O ਚਲੋ ਜੀ ਹੁਣ ਦੇਖੋ H2O ਨੂੰ ਕਿਹਦੇ ਨਾਲ ਐਡ ਕਰਦੇ ਆਂ ਰਿਮੂਵ ਕਰਨ ਵਾਸਤੇ ਕਿਹਦੇ ਨਾਲ ਸਲਫਿਊਰਿਕ ਐਸਿਡ ਨਾਲ ਔਰ ਉਹ ਕਿਹੜੀ ਫਾਰਮ ਚ ਹੁੰਦਾ ਡਿਲੂਟ ਫਾਰਮ ਚ ਜਾਂ ਕਨਸੈਂਟ੍ਰੇਟਡ ਫਾਰਮ ਦੇ ਵਿੱਚ ਕਨਸੈਂਟ੍ਰੇਟਡ ਫਾਰਮ ਦੇ ਵਿੱਚ ਹੁੰਦਾ ਜੀ ਜਿਹੜਾ ਦੁੱਧ ਦੀ ਆ ਵਰਤਦੇ ਆ ਦੁੱਧੀਆਂ ਨਾਲ ਤਿਆਰ ਕਰਕੇ ਪਾਣੀ ਪਾ ਕੇ ਉਹਦੇ ਵਿੱਚ ਧਮਾਕਾ ਉੱਪਰ ਬਹੁਤ ਜ਼ਿਆਦਾ ਮੈਂ ਬਾਹਰ ਨੂੰ ਆਜੂਗਾ ਸਾਰਾ ਤਾਂ ਉਹਦਾ ਤੁਹਾਡੇ ਕੋਲ ਐਕਸੀਡੈਂਟ ਹੋ ਜੀ ਔਰ ਉਹ ਐਸਿਡ ਦੇ ਟੈਂਕ ਵੀ ਹੁੰਦੇ ਆ ਲੜਕੀ ਦੇ ਉੱਤੇ ਹੋਏ ਜੀ ਠੀਕ ਹੈ ਜੀ ਦਿੱਲੀ ਤੋਂ ਜਾਓ ਬਰਨ ਪਾਰਟ ਦੇ ਵਿੱਚ ਦਿੱਲੀ ਦਾ ਨੋਜਾ ਨੂੰ ਕੇਸ ਮਿਲ ਜੂਗਾ ਮੈਨੂੰ ਮਿਲਿਆ ਇੱਕ ਕੁੜੀ ਬਾਹਰ ਨਹੀਂ ਸਾਡੀ ਮੋਰ ਜਿੱਥੇ ਨਹੀਂ ਜਾਂਦਾ ਡਾਊਨ ਲਾ ਕੇ ठीक है तो वो सब फील कर सकते हैं चलो देखो जी एक मिनट की बनूंगा जी की लाइन बनूंगी ये दे की लिख सकते हैं 3 moles of water are separated या separate after react with किहदे नाल जी concentrated sulfuric acid और लास्ट बार की बात है कि अपने ਵਿੱਚ
और की बच गया जी भाई प्रेसिपिटेशन होगी ना बच्चे क्योंकि क्लोरीन ਜਿਹੜਾ ਹੈ ਸਾਡਾ ਉਹ ਸਾਰਾ ਅੰਦਰ ਆ ਗਿਆ और एज लिक्विड्स आ गया सो लिक्विड ਜਿਹੜੀ कोऑर्डिनेशन एंटिटी है वो कभी भी सेपरेट नहीं होती वो बिल्कुल कह सकते एक स्फीयर बनया ਹੁੰਦਾ ਵਾ एक कह सकते एक कवच बनया ਹੁੰਦਾ ਜਿਹਦੇ ਵਿੱਚੋਂ ਚੀਜ਼ ਬਾਹਰ ਨਹੀਂ ਆ ਸਕਦੀ ठीक है कवर ਹੁੰਦੀ है कह सकते हैं सो देखो जी ਇਹਦੇ ਵਿੱਚ नो precipitation ਇਹਦੇ ਵਿੱਚ ਕੋਈ precipitation नहीं होगी सो ਇਹਦੇ ਨਾਲ ਮੈਂ ਖਤਮ ਕਰ ਦਾਂਗਾ ਬਾਕੀ ਬੁੱਕ ਦੀ ਥੋੜੀ ਜਿਹੀ ਹੈਲਪ ਲੈ ਸਕਦੇ ਤੁਸੀਂ ਵੈਸੇ ਸਾਰਾ ਕਰਵਾਈ ਦਿੱਤਾ ਇਹ ਪੂਰੀ ਪ੍ਰੈਕਟਿਸ ਕਰਾ ਦਿੱਤੀ ਕੋਈ ਦਿੱਕਤ ਨਹੀਂ ਹੋਊ नेक्स्ट देखो जी कोऑर्डिनेशन आइसोलेशन बाबा एक और है ना दो नंबर का सारा अनेक बन जा अबे क्या यार क्या करना है अब आगे जो करना पड़े लागे हां मामा ये तो बात मत नहीं मनजोत सारा क्या सही क्लास में चलो जी नेक्स्ट देखो कोऑर्डिनेशन ना भाई कोऑर्डिनेशन आइसोमेरिज्म थर्ड नंबर है कोऑर्डिनेशन आइसोमेरिज्म कोऑर्डिनेशन आइसोमेरिज्म क्षेत्र का लाइन नोट करियो it have two different भाई बाजी की करिए आया कोई नहीं यार अपनी बाजी का इधर आ पढ़ इधर आ ये जरा नहीं समझो इधर जी चला it have two different coordination entities two different coordination entities यहाँ पर कोऑर्डिनेशन स्फीयर्स भी कह सकते हैं टू कोऑर्डिनेशन एंटिटी जहां पर टू कोऑर्डिनेशन स्फीयर्स आर प्रेजेंट टू डिफरेंट कोऑर्डिनेशन एंटिटी एंड टू डिफरेंट कोऑर्डिनेशन एंटिटीज आर present देखो जी कोऑर्डिनेशन एंटिटीज हैं डिफरेंट हो सकती है केड़ी हो सकती है सही दो तरह दी पढ़ियां केड़ी पई है अनायनिक एंटिटीज और केड़ी है जी एंड कंटाइनिक एंटिटीज ठीक है जी बस ये चीज रखनी है कि ਜਿਹੜੀਆਂ ਕੋਆਰਡੀਨੇਸ਼ਨ ਐਂਟੀਟੀਜ਼ ਹੈ ਦੋ ਹੋਣਗੀਆਂ ਇੱਕ ਨਹੀਂ ਹੋਊਗੀ ਦੋ ਹੋਣਗੀਆਂ ਜਿਵੇਂ ਕੱਲ ਆਪਾਂ ਕੀਤੀ ਵੀ ਹੀਰੇ ਦੇ ਵਿੱਚ ਐਗਜ਼ਾਮਪਲ ਵੀ ਕੀਤੀ ਉਹਦੇ ਵਿੱਚ ਮੈਂ ਦੋ ਲੈ ਆਈ ਕਿ ਤੁਸੀਂ ਦੋਵਾਂ ਦੀ ਲਿਮਿਟ ਕਰਦੇ ਵੇਖੋ ਸੋ ਸੇਮ ਇਹਦੇ ਵਿੱਚ ਉਹ ਚੀਜ਼ ਹੈ ਕਿ ਇਹਦੇ ਵਿੱਚ ਜਿਹੜੀਆਂ ਕੋਆਰਡੀਨੇਸ਼ਨ ਐਂਟੀਟੀਜ਼ ਹੈ ਜਿਹੜੀਆਂ ਕੋਆਰਡੀਨੇਸ਼ਨ ਸਫੀਅਰ ਹੈ ਉਹ ਦੋ ਹੋਣਗੇ ਅਲਾਈਨਿੰਗ ਵੀ ਹੋ ਸਕਦਾ ਟ੍ਰਾਈਨਿੰਗ ਵੀ ਹੋ ਸਕਦਾ ਠੀਕ ਹੈ ਜੀ ਸੋ ਅੱਗੇ ਦੇਖੋ ਜੀ ਜੇ ਆਪਾਂ ਐਗਜ਼ਾਮਪਲ ਲੈ ਲਈਏ ਐਗਜ਼ਾਮਪਲ ਹੋ ਜਾਦਾ ਕੀ ਹੋਊਗਾ फर्स्ट वाला एग्जांपल है लगा जी देखो दसों काम दसों हो गया कल मेरा क्लास कर लेगा ते बेटा हो के जाए साढ़े को ठीक है लेके अच्छा चलो जी नेक्स्ट देखो
भाई कोऑर्डिनेशन आइसोप्रोजेल ਦੇ ਵਿੱਚ ਕੀ ਆ ਕਿ ਸਾਡੇ ਕੋਲ ਟੂ ਡਿਫਰੈਂਟ ਐਂਟੀਜ਼ ਜਾਂ ਟੂ ਡਿਫਰੈਂਟ ਕੋਆਰਡੀਨੇਸ਼ਨ ਐਂਟਰੀ ਜਾਂ ਟੂ ਡਿਫਰੈਂਟ ਕੋਆਰਡੀਨੇਸ਼ਨ ਸਫੀਅਰ ਪ੍ਰੈਜ਼ੈਂਟ ਹੁੰਦੇ ਆ ਔਰ ਉਹਦੇ ਵਿੱਚ ਅਨਾਇਨਿਕ ਐਂਟੀਟੀ ਵੀ ਹੋ ਸਕਦੀ ਆ ਕਟਾਇਨਿਕ ਐਂਟੀਟੀ ਵੀ ਹੋ ਸਕਦੀ ਆ ਅਨਾਇਨਿਕ ਦੇ ਉੱਤੇ ਨੈਗੇਟਿਵ ਚਾਰਜ ਹੋਊਗਾ ਕਟਾਇਨਿਕ ਦੇ ਉੱਤੇ ਪੋਜ਼ਿਟਿਵ ਚਾਰਜ ਹੋਊਗਾ ਚਲੋ ਦੇਖੋ ਜੀ ਪਹਿਲਾ ਆਪਾਂ ਇੱਕ ਐਗਜ਼ਾਮਪਲ ਲੈ ਲਈਏ ਫਸਟ ਇੱਕ ਮਿੰਟ ਜੀ ਕੋਬਾਲਟ Na3 6 मॉलिक्यूल और नेक्स्ट वन आजू जी क्रोमियम नावे साइनो 6 मॉलिक्यूल देखो ये दोनों डिफरेंट है दोनों एंट्रीज जड़ियां डिफरेंट है बस कुछ नहीं है ये देखो कमेंट आ ਜਿਹੜਾ ਸਾਈਨੋ ਆ ਉਹ Na3 ਨਾਲ कैसा दे रिप्लेस हो जाएगा और जड़ा Na3 है और साइन के नाल रिप्लेस हो जाएगा लिख दो आंसर ये आइसोप्रोजेल पढ़ाओ थे भैया जी आइसोप्रोजेल करो कर दो जी Na3 जड़ा वा वो साइन के नाल रिप्लेस हो जाएगा और जड़ा साइनो आ वो Na3 के नाल रिप्लेस हो जाएगा सो द आंसर क्या आ गया जी आइसोप्रोजेल में क्या आ गया चेक करो कबाल्ट के नाल क्या होगा जी हुन साइनो कितने मॉलिक्यूल है 6 और मेरा सेकंड कड़ा है जी क्रोमियम और क्रोमियम के नाल क्या होगा क्या भाई अमीन कितने मॉलिक्यूल है 6 हुन ਇਹਦਾ देखो जी ਇਹਦਾ मॉलिक्यूलर फार्मूला सेम ही है चेक कर लो उधर कोबाल्ट है इधर भी है Na3 6 है इधर भी है उस तो बाद साइनो 6 इधर भी है ठीक है जी क्रोमियम इधर भी है कोबाल्ट इधर है ठीक है जी मॉलिक्यूलर फार्मूला सेम है स्ट्रक्चरल फार्मूला डिफरेंट होता है ठीक है जी एक एग्जांपल आप और कर लेते हैं उसके बाद छुट्टी नहीं है बस नेक्स्ट आगे चलना चलो जी नेक्स्ट एग्जांपल देखो जी सेकंड एग्जांपल है ਇਹਦੇ ਕਮੀ क्रोमियम है और क्रोमियम के नाल अमीन है जी अमीन के 4 मॉलिक्यूल है और ਇਹਦੇ ਨਾਲ ਹੀ ਨੀਲਾ प्लैटिनम ये साडा सेंट्रल मेटल एटम है और ਇਹਦੇ ਨਾਲ क्लोरीन है जी एज ए लिगेंड ਇਹਦੇ 4 मॉलिक्यूल है ਦੱਸੋ ਜੀ ਕੀ ਹੋਊਗਾ ਆਨਸਰ ਦਿਓ ਆਨਸਰ ਕਿਉਂ ਮਿਲੂਗਾ ਕੀ ਹੋਊਗਾ ਕਿਹੜਾ ਰਿਪਲੇਸ ਹੋਊਗਾ ਕਿਹੜਾ ਨਹੀਂ ਹੋਊਗਾ ਜਿਹੜਾ क्लोरीन है कितना होगा जी Na3 ਦੇ ਨਾਲ ਅਮੀਨ ਦੇ ਨਾਲ और अमीन कितना होगा जी क्लोरीन ਦੇ ਨਾਲ आइसोप्रोजेल पढ़ाओ जी सो ये आइसोप्रोजेल की बन गई साडे कोल भाई आइसोप्रोजेल की बन गई क्रोमियम ਇੱਥੇ ਕੀ ਹੋਊਗਾ ਜੀ ਹੁਣ Cl4 अरे ਨਾਲ ਕੀ होगा प्लैटिनम Na3 4 मॉलिक्यूल ठीक है जी अगर मॉलिक्यूलर फार्मूला देखोगे सेम ही होगा चलो जी ये भी थोड़ी खत्म है नेक्स्ट है ये जी लिंकेज भाई इधर डाटा का ध्यान ना लो वीडियो का टाइम कितना है 18 मिनट है बहुत टाइम कट है चलो कोई नहीं नेक्स्ट है जी लिंकेज आइसोप्रोजेल तो जल्दी से छेती करो जना जना छेती करो वो छेती करो जरूर वो का है कोऑर्डिनेशन पर के साथ चलो जी नेक्स्ट आएगा जी लिंकेज यार एक ना आप भी लाया एडा की बोलते हैं सैनिटाइजर वो बहुत तेज ही थे मैं घर करेगा तो पैक लाया है मैंने भी पैक लाया अरे भाई ना बड़ी होती है बहुत ज्यादा अरे यार पे और आते देसी हो मैं आ रहा है वो जल्दी वाले बड़े
ਸਹੀ ਨਹੀਂ मैं ਹੈ तो डिटॉल दा सर ਇਹ ਤਾਂ ਧੋਣੇ ਪਈ ਕਮੇਟੀ ਨੂੰ ਹਲੇ ਮਾਰਨੇ ਨਾ ਨਾ ਜਿਹੜਾ ਹਸਪੀਟਲ ਵਿੱਚ ਯੂਜ਼ ਹੁੰਦਾ ਨਾ ਬਹੁਤ ਵਧੀਆ ਹੁੰਦਾ सर मैं तो है डिटॉल ਇੱਥੇ ਚੱਲੇ ਨਾ ਜਦੋਂ ਜਿਹੜਾ ਉਹਦਾ ਕੀ ਹੈ ਵੀ ਉਹਦੇ ਐ ਲੋਕੀ ਨਾ ਹੱਥ ਨੂੰ ਕਹਿੰਦਾ ਵੀ ਤੂੰ ਪਾਣੀ ਫਸੀ ਵਾਲੀ ਕੱਢ ਦਿੰਦਾ ਉਹ ਕੱਢਦਾ ਵੀ ਕੱਢ मैंने तेरा तोड़ दिया ਚਲੋ ਜੀ ਲਿੰਕੇਜ ਆਈਸੋਲੇਸ਼ਨ ਭਾਈ ਆ ਆਵਾਜ਼ ਬਹੁਤ ਇਥੋਂ ਜਾਂਦੀ ਹੁੰਦੀ ਵੀ ਉੱਡੂ ਪਲੀਜ਼ ਮਗਰ ਕਰ ਦੋ ਬਣਾ ਜੀ ਕਰਨੀ ਹੈ ਇਹਦੇ ਵਿੱਚ ਸਾਰੀ ਆਵਾਜ਼ ਹੁੰਦੀ ਪਈ ਹੈ ਚਲੋ ਜੀ ਲਿੰਕੇਜ ਆਈਸੋਲੇਸ਼ਨ ਦੀ ਡੈਫੀਨੇਸ਼ਨ ਨੋਟ ਕਰੋ ਇੱਕ ਹੈ वाहिगुरु it have contains ambient ligands it have contains ambient ligands ambient ligands it have contains ambient ligands and different point of arrangement it have contains ambient ligands दूसरी लाइन नोट कर लो it have different point of arrangement it have different point of it have different point of attachment with central metal atoms या फिर आयंस भी कह सकते हो और बाकी आयंस भी लिख सकते हैं ठीक है जी फर्स्ट वन इज की है भाई इट हैव कंटेन्स एम्बिएंट लिगेंड्स ਜਿਹੜੇ एम्बिएंट लिगेंड्स है मैं पिछे पढ़ाई करूं देखो जी अगर ਅਸੀਂ ਨਾਈट्रेट ਲਿਆ ਵਾ अगर n ਜਿਹੜਾ ਵਾ n ਬੌਂਡਿੰਗ ਕਰਦਾ ਪਿਆ ਵਾ n ਕੋਆਰਡੀਨੇਸ਼ਨ ਬੌਂਡਿੰਗ ਕਰਦਾ ਪਿਆ ਤਾਂ ਬੋਲਾਂਗੇ n ਨਾਈट्रेटो अगर o ਕਰਦਾ ਪਿਆ ਤੇ o ਨਾਈट्रेटो ਇਹਦਾ ਕਰਵਾਇਆ ਹੈ ਉਸ ਤੋਂ ਬਾਅਦ SCN ਨੂੰ थायोसाइनेटो बोल ਦਿੰਦੇ ਆ अगर S ਕਰਦਾ ਪਿਆ ਵਾ थायोसाइनेटो अगर N ਕਰਦਾ ਪਿਆ ਵਾ आइसो थायोसाइनेटो ਇਹਦਾ ਕਰਕੇ ਠੀਕ ਹੈ ਜੀ ਉਹਦੇ ਵਿੱਚ ਕੀ ਹੈ ਜੀ डिफरेंट पॉइंट ऑफ अटैचमेंट ਹੁੰਦੇ ਆ ਕਿਹਦੇ ਨਾਲ ਸੈਂਟਰਲ ਮੈਟਲ ਐਟਮ ਔਰ ਆਇੰਸ ਦੇ ਨਾਲ ਕਰਕੇ ਵਿਖਾ ਦਿੰਦਾ ਐਗਜ਼ਾਮਪਲ ਤੁਹਾਨੂੰ ਜ਼ਿਆਦਾ ਸਮਝ ਆਊਗਾ ਯਾਨੀ ਕਿ ਚੇਤੇ ਰੱਖਣੀ ਕਿ ਇਹਦੇ ਵਿੱਚ ਐਂਬੀਐਂਟ ਲਿਗੈਂਡ ਜਿਹੜੇ ਪ੍ਰੈਜ਼ੈਂਟ ਹੁੰਦੇ ਆ ਔਰ ਉਹ ਦੋ ਜਗ੍ਹਾ ਤੋਂ ਬੌਂਡਿੰਗ ਕਰ ਸਕਦੇ ਆ ਜਿਵੇਂ ਨਾਈਟ੍ਰੇਟ ਦੀ ਐਗਜ਼ਾਮਪਲ ਲਈ ਨਾਈਟ੍ਰੋਜਨ ਨਾਲ ਵੀ ਬੌਂਡਿੰਗ ਕਰ ਸਕਦਾ ਵਾ अगर नाइट्रोजन नहीं करूंगा फिर ऑक्सीजन ना करूंगा और ਉਹਦਾ ਨਾਮ ਜਿਹੜਾ ਚੇਂਜ ਹੋਊਗਾ ਜਿਵੇਂ n ਨਾਈਟ੍ਰੇਟੋ अगर O ਕਰਦਾ ਤੇ O ਨਾਈਟ੍ਰੇਟੋ ਠੀਕ ਹੈ ਜੀ ਸੋ ਇਹਦੇ ਵਿੱਚ ਇਸ ਕਰਕੇ ਲਿਖਿਆ ਵਾ ਡਿਫਰੈਂਟ ਪੁਆਇੰਟ ਆਫ ਅਟੈਚਮੈਂਟ ਵਿਦ ਸੈਂਟਰਲ ਮੈਟਲ ਐਟਮ ਜਾਂ ਫਿਰ ਸੈਂਟਰਲ ਮੈਟਲ ਆਇਨਸ ਐਗਜ਼ਾਮਪਲ ਵੇਖੋ ਜੀ सब तो पहले एग्जांपल है जी नाइट्रेट दी देखो जी नाइट्रेट ਦੇ ਵਿੱਚ ਕੀ ਆ ਦੋ ਕੰਡੀਸ਼ਨ ਬਣਨੀ ਹੈ ਅਗਰ n ਜਿਹੜਾ ਵਾ n ਕੋਆਰਡੀਨੇਸ਼ਨ ਬੌਂਡਿੰਗ ਕਰਦਾ ਵਾ ਕਿਹਦੇ ਨਾਲ ਕਰੂਗਾ ਜੀ ਬੌਂਡਿੰਗ ਸੈਂਟਰਲ ਮੈਟਲ ਐਟਮ ਦੇ ਨਾਲ ਜਾਂ ਫਿਰ ਸੈਂਟਰਲ ਮੈਟਲ ਆਇਨਸ ਦੇ ਨਾਲ ਅਗਰ n ਬੌਂਡਿੰਗ ਕਰਦਾ ਤਾਂ ਕੀ ਦਾ ਬਣੂਗਾ ਜੀ n ਨਾਈਟ੍ਰੇਟੋ अगर ਇਹਦੇ ਵਿੱਚ ऑक्सीजन बॉन्डिंग करूंगा फिर क्या करूंगा जी O नाइट्रेटो O नाइट्रेटो देखो जी मतलब ਜਿਹੜਾ ਇਹ ਲਿਖਿਆ N और O ਇਹ ਆਪਾਂ ਸ਼ੁਰੂ ਚ ਲਾਉਣੇ ਕਿ ਲਾਸਟ ਤੇ ਲਾਉਣੇ ਆ लास्ट पे लाओ नाइट्रेटो N और नाइट्रेटो O
ਨਾਈਟ੍ਰੇਟੋ N ਔਰ ਨਾਈਟ੍ਰੇਟੋ O। ਅਗਰ ਇਹਦੇ ਵਿੱਚ N ਕੋਆਰਡੀਨੇਸ਼ਨ ਬੌਂਡਿੰਗ ਕਰਦਾ ਵਾ ਕਿਹਦੇ ਨਾਲ ਕਰਦਾ ਜੀ ਸੈਂਟਰਲ ਮੈਟਲ ਐਟਮ ਦੇ ਨਾਲ, ਤਾਂ ਅਸੀਂ ਇਹਨੂੰ ਬੋਲਦੇ ਆ ਨਾਈਟ੍ਰੇਟੋ N। ਅਗਰ ਆਕਸੀਜਨ ਸੈਂਟਰਲ ਮੈਟਲ ਐਟਮ ਦੇ ਨਾਲ ਬੌਂਡਿੰਗ ਕਰਦਾ ਵਾ ਤਾਂ ਉਹਨੂੰ ਬੋਲਾਂਗੇ ਨਾਈਟ੍ਰੇਟੋ O। ਨੈਕਸਟ ਐਗਜ਼ਾਮਪਲ ਇੱਕ ਆਪਾਂ ਸਾਈਨੋ ਦੀ ਲੈ ਲੈਂਦੇ ਆ। ਸੈਕੰਡ ਐਗਜ਼ਾਮਪਲ ਇਹਦੇ ਲੈ ਲੈਂਦੇ ਆ ਜੀ, ਔਰ ਇਹਦੇ ਵਿੱਚ ਅਸੀਂ ਗੱਲ ਕਰਾਂਗੇ ਸਾਈਨੋ ਦੀ। ਸੋ ਸਾਈਨੋ ਦੇ ਵਿੱਚ ਕੀ ਹੈ ਜੀ, ਅਗਰ ਸਾਡਾ C ਜਿਹੜਾ ਵਾ ਉਹ ਸੈਂਟਰਲ ਮੈਟਲ ਐਟਮ ਦੇ ਨਾਲ ਬੌਂਡਿੰਗ ਕਰਦਾ ਵਾ, ਸੋ ਇਹਨੂੰ ਕੀ ਬੋਲਾਂਗੇ, ਕੀ ਹੈ ਜੀ ਭਾਈ, ਚਲੋ ਨੋਟ ਕਰ ਲਓ, ਇਹਦਾ ਨਾਮ ਹੈ ਸਾਈਨੇਟੋ। ਸਾਈਨੇਟੋ ਅਗਰ ਇਹਦੇ ਵਿੱਚ N ਬੌਂਡਿੰਗ ਕਰਦਾ ਫਿਰ ਆਈਸੋਸਾਈਨੇਟੋ। ठीक है जी। नेक्स्ट है जी थायोसाइनेटो SCN। ਇਹਨੂੰ ਬੋਲਦੇ थायोसाइनेटो। और ਇਹਦੇ ਵਿੱਚ ਦੇਖੋ ਜੀ ਅਗਰ S ਜਿਹੜਾ ਵਾ S ਸੈਂਟਰਲ ਮੈਟਲ ਐਟਮ ਦੇ ਨਾਲ ਬੌਂਡਿੰਗ ਕਰਦਾ ਪਿਆ ਵਾ ਫਿਰ ਕੀ ਹੋਊਗਾ ਜੀ थायोसाइनेटो। अगर ਇਹਦੇ ਵਿੱਚ N ਬੌਂਡਿੰਗ ਕਰਦਾ ਵਾ ਫਿਰ ਕੀ ਹੈ, ਉਹ ਕੀ ਹੋ ਗਿਆ ਸਕੋ ਜੀ ਉਹ ਗ੍ਰਾਫਰ ਦਾ। ਵੇਖੋ ਜੀ ਅਗਰ ਇਹਦੇ ਵਿੱਚ N ਬੌਂਡਿੰਗ ਕਰਦਾ ਤਾਂ ਫਿਰ ਕੀ ਹੋਊਗਾ थायोसाइनेटो। ठीक है जी। अगर S करता वा S बॉन्डेड विद सेंट्रल मैटल एटम इसका नाम होगा थायोसाइनेटो। अगर N बॉन्डिंग विद सेंट्रल मैटल एटम इसका नाम होगा आइसोथायोसाइनेटो। सो दिस वी आर डिफरेंट पॉइंट ऑफ अटैचमेंट विद सेंट्रल मैटल एटम और सेंट्रल मैटल आयंस, और इसमें एम्बिएंट लेयर्स ਜਿਹੜੇ ਉਹ ਯੂਜ਼ ਹੁੰਦੇ ਆ। ਸੋ ਇਹ ਤਿੰਨ ਐਗਜ਼ਾਮਪਲ ਤਾਂ ਲਈਏ ਨਾ। ਉਸ ਤੋਂ ਬਾਅਦ ਦੇਖੋ ਜੀ ਨੈਕਸਟ ਹੈਗਾ ਦੇ ਵਿੱਚ ਕੀ ਹੋ ਗਿਆ ਬਾਬਾ ਜੀ ਭਈ ਉਹਨਾਂ ਦੀ ਸੈਕੰਡ ਟਾਈਪ ਆ ਗਈ ਹੈ ਸਟੀਰੀਓ ਆਈਸੋਟੋਪ। ਠੀਕ ਹੈ ਜੀ। भाई ये जाना बाहर जा सकता कोई प्रॉब्लम कोई रिस्ट्रिक्शन नहीं कि तो बाहर रखना है बोलो क्योंकि यार वीडियो पे अपलोड करके तो देखने से नहीं है कितनी की 27 हो गई है 3 मिनट हाई होगी हां ये अपलोड मान लेंगे।